ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਮੁਸਲਿਮ ਲੀਗ ਨੂਨ ਦੀ ਜਿਹੜੀ ਗਵਰਨਮੈਂਟ ਹੈ ਇਹਨੂੰ ਕਿਹੜੇ ਮਸਾਇਲ ਜਿਹੜੇ ਨੇ ਉਹ ਲਾਹਕ ਹੈਗੇ ਨੇ ਔਰ ਉਹ ਮਸਾਇਲ ਤੋਂ ਇਹ ਕਿਸ ਤਰ੍ਹਾਂ ਨਿਕਲ ਸਕਦੀ। ਇਹਦੇ ਵਿੱਚ ਕੁਝ ਗੱਲਾਂ ਨੇ ਬੜੀਆਂ ਅਹਿਮ ਕਿ ਪਿਛਲੇ ਕਈ ਦਿਨਾਂ ਤੋਂ ਵਜ਼ੀਰ ਆਜ਼ਮ ਔਰ ਵਜ਼ੀਰ ਖਜ਼ਾਨਾ ਦੇ ਜਿਹੜੇ ਸਟੇਟਮੈਂਟਸ ਨੇ ਉਹ ਸਾਰੇ ਦੇ ਸਾਰੇ IMF ਦੇ ਮੁਤਲਕ ਆ ਰਹੇ ਨੇ। ਉਹ ਕਿਸੇ ਵੀ ਪ੍ਰੋਗਰਾਮ 'ਚ ਜਾਂਦੇ ਨੇ, ਕਿਸੇ ਵੀ ਤਕਰੀਬ 'ਚ ਜਾਂਦੇ ਨੇ ਤੇ ਉਹਨਾਂ ਦੀ ਗੱਲ ਜਿਹੜੀ ਹੈ ਉੱਥੇ IMF ਦੇ ਬਾਰੇ ਹੁੰਦੀ ਔਰ ਰੋਜ਼ ਅਖਬਾਰ ਜਿਹੜੇ ਨੇ ਉਹ ਇਹਦੇ ਉੱਤੇ ਲੀਡਸ ਲਗਾ ਰਹੇ ਨੇ, ਸੁਪਰ ਲੀਡ ਲਗਾ ਰਹੇ ਨੇ, ਨੁਮਾਇਆਂ ਖਬਰਾਂ ਛਾਪਣ ਲਏ ਨੇ। ਇਹ ਕਿਉਂ ਹੋ ਰਿਹਾ ਵੀ IMF ਦਾ ਬਾਰ-ਬਾਰ ਜ਼ਿਕਰ ਕਿਉਂ ਹੁੰਦਾ ਜਾ ਰਿਹਾ। ਫਿਰ ਇਹ ਸਾਰੀ ਗੱਲ ਦੇ ਨਾਲ IMF ਦਾ ਜਦੋਂ ਜ਼ਿਕਰ ਹੁੰਦਾ ਤੇ ਨਾਲ ਹੀ ਬਿਜਲੀ ਦੇ ਬਿੱਲਾਂ ਦੀ ਵੀ ਗੱਲ ਹੋ ਜਾਂਦੀ ਹੈ। ਤੇ ਬਿਜਲੀ ਦਾ ਬਿੱਲ ਇੱਕ ਐਸਾ ਮਾਮਲਾ ਹੈ ਜਿਹਦੇ ਵਿੱਚ ਹਿਜ਼ਬ ਇਖਤਲਾਫ ਦੇ ਮੈਂਬਰ ਹੋਣ ਜਾਂ ਹਿਜ਼ਬ ਇਖਤਲਾਫ ਦੇ ਉਹ ਇਕੱਠੇ ਨੇ, ਉਹਨਾਂ ਨੂੰ ਇਹ ਤਕਲੀਫ ਇਹਦੀ ਮਹਿਸੂਸ ਹੋ ਰਹੀ ਹੈ ਔਰ ਹਰ ਬੰਦਾ ਇਹ ਕਹਿ ਰਿਹਾ ਕਿ ਉਹਦੇ ਵਾਸਤੇ ਬਿਜਲੀ ਦਾ ਬਿੱਲ ਅਦਾ ਕਰਨਾ ਬਹੁਤ ਮੁਸ਼ਕਲ ਹੋ ਗਿਆ। ਇਹ ਜਿਹੜੇ ਅਸੀਂ ਵੇਖਦੇ ਹਾਂ ਨਾ ਕਿ ਮੁਲਕਾਂ ਦੇ ਵਿੱਚ ਦਾਖਲੀ ਇੰਤਸ਼ਾਰ ਵੱਧਦਾ ਹੈ, ਅਨਾਰਕੀ ਵੱਧਦੀ ਹੈ ਔਰ ਅਨਾਰਕੀ ਦੇ ਫੈਕਟਰਸ ਜਿਹੜੇ ਹੁੰਦੇ ਨੇ ਮੁਖਤਲਿਫ ਤਰ੍ਹਾਂ ਦੇ ਹੁੰਦੇ ਨੇ। ਕਿਸੇ ਸੁਸਾਇਟੀ ਦੇ ਵਿੱਚ ਜਿਹੜਾ ਹੁੰਦਾ ਹੈ ਕੋਈ ਇੱਕ ਤਬਕਾ ਜਿਹੜਾ ਹੁੰਦਾ ਹੈ ਉਹ ਗਾਲਬ ਆ ਜਾਂਦਾ ਹੈ ਔਰ ਉਹ ਆਪਣੀ ਪੂਰੀ ਸੁਸਾਇਟੀ ਨੂੰ ਉਸ ਕਲਚਰ ਦੇ ਵਿੱਚ ਢਾਲਣਾ ਚਾਹੁੰਦਾ। ਮਿਸਾਲ ਦੇ ਤੌਰ 'ਤੇ ਕਿ ਕਿਸੇ ਜਗ੍ਹਾ 'ਤੇ ਅਗਰ ਮਜ਼ਹਬੀ ਤਬਕਾ ਜਿਹੜਾ ਉਹ ਤਾਕਤਵਰ ਹੋ ਗਿਆ ਔਰ ਉਹ ਮਜ਼ਹਬੀ ਤਬਕਾ ਜਿਹੜਾ ਹੈ ਹਰ ਚੀਜ਼ ਦੇ ਵਿੱਚ ਆਪਣੀ ਬਣਾਉਣਾ ਚਾਹੇਗਾ, ਰਿਆਸਤ ਦੀ ਸ਼ਕਲ ਤਬਦੀਲ ਕਰਨਾ ਚਾਹੇਗਾ, ਕਵਾਨੀਨ ਦੇ ਉੱਤੇ ਅਸਰਅੰਦਾਜ਼ ਹੋਏਗਾ, ਸਮਾਜੀ ਜਿਹੜੀ ਇਕਦਾਰ ਨੇ ਪੁਰਾਣੀਆਂ ਉਹਨਾਂ ਦੇ ਉੱਤੇ ਅਸਰਅੰਦਾਜ਼ ਹੋਣ ਦੀ ਕੋਸ਼ਿਸ਼ ਕਰੇਗਾ, ਲੋਕਾਂ ਨੂੰ ਡਿਕਟੇਟ ਕਰਨਾ ਚਾਹੇਗਾ ਔਰ ਜਿਹੜੇ ਰਿਆਸਤੀ ਇਦਾਰੇ ਹੁੰਦੇ ਨੇ ਉਹਨਾਂ ਦੇ ਪੈਰਲਲ ਆਪਣੀ ਫੋਰਸ ਔਰ ਪਾਵਰ ਵਹਾਉਣਾ ਚਾਹੇਗਾ। ਅਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਦੂਸਰੀਆਂ ਤਾਕਤਾਂ ਜਿਹੜੀਆਂ ਨੇ ਉਹ ਅੱਗੇ ਰਿਐਕਟ ਕਰਦੀਆਂ ਨੇ ਔਰ ਸੁਸਾਇਟੀ ਦੇ ਵਿੱਚ ਇੰਤਸ਼ਾਰ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਅਗਰ ਕਿਸੇ ਸੁਸਾਇਟੀ ਦੇ ਵਿੱਚ ਲੋਕ ਟੈਕਸ ਨਾ ਦੇਣ ਔਰ ਉਹ ਟੈਕਸ ਨਾ ਦੇਣ ਵਾਲੇ ਤਾਕਤ ਦੇ ਵਿੱਚ ਆ ਜਾਣ, ਅਸੈਂਬਲੀਆਂ ਦੇ ਵਿੱਚ ਵੀ ਉਹੀ ਹੋਣ, ਫੈਸਲੇ ਵੀ ਉਹੀ ਕਰਨ, ਤੇ ਫਿਰ ਜਿਹੜੇ ਟੈਕਸ ਦੇਣ ਵਾਲੇ ਨੇ ਉਹਨਾਂ ਦੇ ਵਿੱਚ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਲੋਕ ਰਲ ਕੇ ਸਾਨੂੰ ਲੁੱਟਣ ਰਹੇ ਨੇ। ਔਰ ਪਾਕਿਸਤਾਨ ਦੇ ਵਿੱਚ ਲਗਭਗ ਇਹੀ ਕੈਫੀਅਤ ਹੈ ਔਰ ਬਿਜਲੀ ਦੇ ਬਿੱਲ ਮੈਂ ਸਮਝਦਾ ਕਿ ਇੱਕ ਐਸਾ ਏਜੰਡਾ ਬਣ ਰਿਹਾ ਵੇ ਇੱਕ ਮਜ਼ਬੂਤ ਪੋਲੀਟੀਕਲ ਤਹਿਰੀਕ ਵਾਸਤੇ ਕਿ ਜਿਹਦੇ ਵਿੱਚ ਸਾਰੇ ਲੋਕ ਮੇਰਾ ਖਿਆਲ ਇਕੱਠੇ ਹੋ ਜਾਣਗੇ ਔਰ ਗਵਰਨਮੈਂਟ ਨੂੰ ਇਹਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਵੇ। ਲੇਕਿਨ ਹੁਣ ਤੱਕ ਜਿਹੜੇ ਉਹਨਾਂ ਦੇ ਇਕਦਾਮਾਤ ਨੇ ਨਾ ਇਹਨੂੰ ਲੋਕਾਂ ਨੂੰ ਮੁਤਮਈਨ ਕਰਨ ਦੇ ਉਹ ਕੋਈ ਤਸੱਲੀ ਬਖਸ਼ ਨਹੀਂ ਹੈਗੇ। ਮਸਲਨ ਗਵਰਨਮੈਂਟ ਨੇ ਅਨਾਊਂਸ ਕੀਤਾ ਕਿ 200 ਯੂਨਿਟ ਤੋਂ ਘੱਟ ਬਿਜਲੀ ਜਿਹੜੇ ਬਾਲਣ ਵਾਲੇ ਨੇ ਲੋਕ ਉਹਨਾਂ ਦੇ ਜਨਾਬ ਅਸੀਂ ਰਹਿਤ ਦੇਵਾਂਗੇ ਅਗਲੇ 3 ਮਹੀਨੇ ਤੱਕ ਔਰ ਵਜ਼ੀਰ ਆਜ਼ਮ ਨੇ 50 ਅਰਬ ਰੁਪਏ ਉਹਦੇ ਵਾਸਤੇ ਰੱਖੇ ਨੇ ਔਰ ਉਹਨਾਂ 50 ਅਰਬ ਰੁਪਇਆਂ ਦੇ ਜਿਹੜਾ ਐਲਾਨ ਕੀਤਾ ਉਹਦੇ ਇਸ਼ਤਿਹਾਰ ਵੀ ਸਾਰੀ ਜਗ੍ਹਾ 'ਤੇ ਤੁਸੀਂ ਦੇਖਣ ਦੇ ਜੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਰਹੇ ਨੇ। ਅਤੇ ਇਹਦੇ ਨਾਲ ਜਿਹੜੀ ਗੱਲ ਹੋ ਰਹੀ ਕਿ ਇਹ 50 ਅਰਬ ਰੁਪਈਆ ਜਿਹੜਾ ਹੈ ਇਹ ਤੁਸੀਂ ਉਸ ਤਰ੍ਹਾਂ ਵੀ ਇਕੱਠਾ ਕਰ ਲਿਆ ਲੋਕਾਂ ਕੋਲੋਂ, ਬਲਕਿ ਇਸ ਤੋਂ ਜ਼ਿਆਦਾ ਕਰ ਲਏ ਅਤੇ 50 ਅਰਬ ਦੀ ਰਹਿਤ ਵਹਾ ਕੇ ਫਿਰ ਤੁਸੀਂ 3 ਮਹੀਨੇ ਦੇ ਬਾਅਦ ਲੋਕਾਂ ਨਾਲ ਕੀ ਸਲੂਕ ਕਰੋਗੇ। ਇਹ ਗੱਲ ਜਿਹੜੀ ਹੈ ਇਹ ਹਾਲੇ ਤੱਕ ਹਜ਼ਮ ਨਹੀਂ ਹੋ ਰਹੀ ਲੋਕਾਂ ਨੂੰ, ਕਿਉਂਕਿ ਗਵਰਨਮੈਂਟ ਨੇ ਅੱਜ ਤੱਕ ਜਿੰਨੇ ਵੀ ਐਲਾਨਾਤ ਕੀਤੇ ਨੇ ਉਹਦਾ ਫਾਇਦਾ ਕਮ ਸੇ ਕਮ ਲੋਕਾਂ ਨੂੰ ਨਹੀਂ ਪਹੁੰਚਿਆ। ਉਹ ਕਿਤੇ ਹਵਾ ਦੇ ਵਿੱਚ ਹੋ ਜਾਂਦੇ ਨੇ, ਇੱਕ ਵਾਰ ਤਾਲੀਆਂ ਵਜਵਾ ਦਿੰਦੀਆਂ ਨੇ, ਦਾਦ ਲੈ ਲੈਂਦੇ ਨੇ ਔਰ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੀ ਸੁਸਾਇਟੀ ਜਿਹੜੀ ਹੈ ਇਹ ਕਿਵੇਂ ਬੋਲੇਗੀ ਔਰ ਕਦੋਂ ਉੱਠ ਖਲੋਵੇਗੀ ਸਿਆਸੀ ਅਦਮ ਇਸਤਹਿਕਾਮ ਦੇ ਖਿਲਾਫ, ਮਾਸ਼ੀ ਬਦਹਾਲੀ ਦੇ ਖਿਲਾਫ ਔਰ ਬੈਡ ਗਵਰਨੈਂਸ ਦੇ ਖਿਲਾਫ। ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤਬਦੀਲੀ ਵਾਸਤੇ ਜ਼ਰੂਰੀ ਹੁੰਦੀਆਂ ਨੇ। ਔਰ ਹੁਣ ਇੱਕ ਸਿੰਗਲ ਇੱਕ ਜਿਹੜਾ ਕੰਮ ਹੈਗਾ ਵੀ ਉਹ ਬਿਜਲੀ ਦੇ ਬਿੱਲ ਨੇ ਜਿਹਦੇ ਉੱਤੇ ਹਰ ਬੰਦਾ ਮੁਤਫਿਕ ਹੋ ਰਿਹਾ ਹੈ ਔਰ ਉਹਨਾਂ ਦਾ ਇਹ ਖਿਆਲ ਹੈ ਕਿ IPPs ਦੇ ਜਿਹੜੇ ਮੁਆਹਦੇ ਜਿਨ੍ਹਾਂ ਨੇ ਇਦਾਰਿਆਂ ਨੇ ਕੀਤੇ ਔਰ ਜਿਹੜੀਆਂ ਹਕੂਮਤਾਂ ਨੇ ਕੀਤੇ ਉਹ ਜਿਹੜੇ ਕੌਮ ਦੇ ਮੁਜਰਮ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਇਹਦੇ 'ਚ ਪੀਪਲਜ਼ ਪਾਰਟੀ, ਨੂਨ ਲੀਗ ਸ਼ਾਮਿਲ ਹੈ, ਕੁਝ ਆਖਰ ਥੋੜ੍ਹਾ ਜਿਹਾ ਹਿੱਸਾ ਜਿਹੜਾ ਤਹਿਰੀਕ ਇਨਸਾਫ ਦਾ ਵੀ ਹੈਗਾ। ਲੇਕਿਨ ਇਹਦੇ 'ਚ ਦੋ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਹੁਕੂਮਤਾਂ ਦੀ ਉਹ ਮੁਸਲਿਮ ਲੀਗ ਨੂਨ, ਪੀਪਲਜ਼ ਪਾਰਟੀ ਔਰ ਫਿਰ ਉਸ ਤੋਂ ਪਹਿਲੇ ਪਰਵੇਜ਼ ਮੁਸ਼ੱਰਫ, ਇਹਨਾਂ ਦੀ ਵੀ ਜ਼ਿੰਮੇਵਾਰੀ। ਅਤੇ ਇਹ ਵਾਲੀ ਜਿਹੜੀ ਗਵਰਨਮੈਂਟਾਂ ਨੇ ਕੀਤਾ ਉਹਦਾ ਅਸੀਂ ਸਿਆਸੀ ਤੌਰ ਦੇ ਉੱਤੇ ਪਿਛਲੇ ਕੁਝ ਅਰਸੇ ਦੇ ਵਿੱਚ ਵੇਖਣ ਡਏ ਮੁਸਲਸਲ ਕਿ ਇਹਨਾਂ ਪਾਰਟੀਆਂ ਨੂੰ ਮੈਂਡੇਟ ਨਹੀਂ ਹੋਣਾ ਮਿਲ ਰਿਹਾ। ਹਰ ਇਲੈਕਸ਼ਨ ਦੇ ਵਿੱਚ ਇਹ ਪਹਿਲੇ ਜਿਹੜੀਆਂ ਬਰਸਰ ਇਕਤਦਾਰ ਪਾਰਟੀਆਂ ਉਹਨਾਂ ਦਾ ਮੈਂਡੇਟ ਘਟਦਾ ਜਾ ਰਿਹਾ। ਉਹਦੀ ਵਜ੍ਹਾ ਹੈ ਕਿ ਲੋਕਾਂ ਦੀ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਔਰ ਕਰਸ਼ਡ ਕਲਾਸਿਸ ਜਿਹੜੀਆਂ ਨੇ, ਹੈਵ ਨੋਟਸ ਵਾਲੀਆਂ ਕਲਾਸਿਸ ਜਿਹੜੀਆਂ ਤਬਕਾਤ ਨੇ
ਉਹਨਾਂ ਨੂੰ ਅਹਿਸਾਸ ਹੋ ਰਿਹਾ ਵੇ ਕਿ ਇਹ ਬਾਲਾਈ ਤਬਕਾਤ ਜਿਹੜੇ ਨੇ ਇਹ ਸਾਡੇ ਸਾਰੇ ਵਸਾਇਲ ਖਾ ਰਹੇ ਨੇ ਔਰ ਮੁਲਕ ਦੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਵੀ ਕੁਝ ਨਹੀਂ ਕਰ ਰਹੇ। ਅਤੇ ਇਹਦੇ ਵਾਸਤੇ ਹੁਣ ਇਹਨਾਂ ਨੇ ਪਹਿਲੇ ਲੋਕਾਂ ਨੂੰ ਤਕਸੀਮ ਕੀਤਾ। ਲੋਕ ਤਕਸੀਮ ਹੋਏ ਫਿਰਕਿਆਂ ਦੀ ਬੁਨਿਆਦ 'ਤੇ, ਲੋਕ ਤਕਸੀਮ ਹੋਏ ਸਿਆਸੀ ਨਜ਼ਰੀਆਤ ਦੀ ਬੁਨਿਆਦ 'ਤੇ, ਫਿਰ ਲੋਕ ਤਕਸੀਮ ਕੀਤੇ ਗਏ ਸ਼ਖਸੀਅਤ ਪ੍ਰਸਤੀ ਦੇ ਉੱਤੇ ਕਿ ਉਹ ਪੋਲੀਟੀਕਲ ਜਮਾਤਾਂ ਜਿਨ੍ਹਾਂ ਦੇ ਕੋਈ ਨਜ਼ਰੀਆਤ ਹੁੰਦੇ ਸਨ, ਹੁਣ ਉਹ ਸ਼ਖਸੀਅਤ ਪ੍ਰਸਤੀ ਵਾਲੀ ਕੰਮ ਹੋ ਗਿਆ ਅਤੇ ਉਹਦੇ ਵਿੱਚ ਲੋਕਾਂ ਨੂੰ ਤਕਸੀਮ ਕੀਤਾ ਗਿਆ। ਫਿਰ ਲੋਕਾਂ ਦੇ ਮੁਫਾਦਾਤੀ ਗਰੋਹ ਬਣਾਏ ਗਏ, ਪ੍ਰੈਸ਼ਰ ਗਰੁੱਪ ਬਣਾਏ ਗਏ ਅਤੇ ਉਹ ਤਕਸੀਮ ਦਰ ਤਕਸੀਮ ਹੁੰਦੇ ਆਮ ਬੰਦਾ ਜਿਹੜਾ ਹੈ ਉਹ ਬਿਲਕੁਲ ਹੀ ਲਾਚਾਰ ਹੋ ਗਿਆ। ਔਰ ਦੂਸਰੇ ਪਾਸੇ ਜਿਹੜੀ ਫੋਰਸਿਸ ਨੇ ਬਲਾਈ ਤਬਕਾਤ ਨੇ ਉਹ ਇਕੱਠੇ ਨੇ। ਉਹਨਾਂ ਦੀ ਪਾਰਟੀ ਕੋਈ ਵੀ ਹੋਵੇ, ਉਹਨਾਂ ਦਾ ਖਾਨਦਾਨ ਕੋਈ ਵੀ ਹੋਵੇ, ਉਹਨਾਂ ਦੀ ਹਕੂਮਤ ਕੋਈ ਵੀ ਹੋਵੇ, ਇਹਨਾਂ ਦੇ ਮੁਫਾਦ ਇੱਕੋ ਹੀ ਰਹਿੰਦੇ ਨੇ। ਉਹਨਾਂ ਦੇ ਉਹ ਅਸੈਂਬਲੀ ਜਿਹੜੀ ਕਿਸੇ ਦੀ ਵੀ ਗਵਰਨਮੈਂਟ ਦੇ ਵਿੱਚ ਹੋਵੇ ਉਹਨਾਂ ਦੀਆਂ ਤਨਖਾਹਾਂ ਵੱਧ ਜਾਂਦੀਆਂ ਨੇ ਅਸੈਂਬਲੀ ਦੇ ਮੈਂਬਰਸ ਦੀ, ਉਹਨਾਂ ਦੀ ਮੁਰਾਦ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਔਰ ਉਹਨਾਂ ਦੇ ਜਿਹੜੇ ਜਵਾਬਦਹੀ ਦਾ ਤਸੱਵਰ ਹੈ ਉਹ ਕਮਜ਼ੋਰ ਹੋ ਜਾਂਦਾ ਹੈ। ਮਤਲਬ ਹਰ ਵਾਰ ਜਿਹੜੀ ਗਵਰਨਮੈਂਟ ਆਉਂਦੀ ਹੈ ਉਹ ਜਿਹੜੇ ਉਹਦੇ ਬੰਦੇ ਨੈਬ ਦੇ ਵਿੱਚ ਕੇਸਿਸ ਹੁੰਦੇ ਨੇ, ਪੁਲਿਸ 'ਚ FIA 'ਚ ਜਿੱਥੇ ਜਿੱਥੇ ਕੇਸਿਸ ਹੁੰਦੇ ਨੇ ਉਹ ਕੇਸਿਸ ਖਤਮ ਹੋਣਾ ਸ਼ੁਰੂ ਹੋ ਜਾਂਦੇ ਨੇ ਅਤੇ ਜਵਾਬਦਹੀ ਦਾ ਤਸੱਵਰ ਜਿਹੜਾ ਹੈ ਇਹਦੇ 'ਤੇ ਅਮਲ ਨਹੀਂ ਹੋ ਰਿਹਾ ਅਤੇ ਲੋਕ ਇੱਥੇ ਵੀ ਬੜਾ ਇਹਦੇ 'ਤੇ ਨਾਰਾਜ਼ ਨੇ। ਹੁਣ ਸਿਆਸੀ ਜਮਾਤਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਕੰਮ ਇਹ ਹੁੰਦਾ ਕਿ ਲੋਕਾਂ ਦੇ ਵਿੱਚ ਜਿਹੜੇ ਜਜ਼ਬਾਤ ਪੈਦਾ ਹੋ ਰਹੇ ਹੁੰਦੇ ਨੇ, ਜਿਹੜੇ ਰਿਐਕਸ਼ਨ ਪੈਦਾ ਹੋ ਰਹੇ ਹੁੰਦੇ ਨੇ ਹਕੂਮਤੀ ਪਾਲਿਸੀਆਂ ਦੇ ਖਿਲਾਫ, ਉਹ ਉਹਨੂੰ ਕੈਸ਼ ਕਰਾਉਂਦੀਆਂ ਨੇ, ਉਹਨੂੰ ਉਹ ਸਿਆਸੀ ਏਜੰਡੇ ਦੇ ਵਿੱਚ ਲੈ ਆਉਂਦੀਆਂ ਨੇ। ਮਿਸਾਲ ਦੇ ਤੌਰ 'ਤੇ ਕਿ ਜਮਾਤ ਇਸਲਾਮੀ ਉਹਨੇ ਅੱਜ ਕੱਲ੍ਹ ਅਨਾਊਂਸ ਕੀਤਾ ਹੋਇਆ ਧਰਨੇ ਬਿਜਲੀ ਦੇ ਬਿੱਲਾਂ ਦੇ ਖਿਲਾਫ ਅਤੇ ਉਹਨੇ ਇਹ ਠੀਕ ਕੀਤਾ ਬਤੌਰ ਜਮਾਤ। ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਸਿਆਸੀ ਜਮਾਤਾਂ ਨੂੰ। ਲੇਕਿਨ ਇਹਦੇ ਨਾਲ ਬਾਕੀ ਜਮਾਤਾਂ ਕੀ ਕਰਨ ਰਹੀਆਂ ਨੇ ਉਹ ਹਾਲੇ ਤੱਕ ਇਸ ਪਾਸੇ ਨਹੀਂ ਆ ਰਹੀਆਂ। ਮੇਰਾ ਇਹ ਖਿਆਲ ਹੈ ਕਿ ਜਦੋਂ ਲੋਕਾਂ ਦੀ ਇੰਡੀਪੈਂਡੈਂਟ ਲੋਕ ਜਿਹੜੇ ਨੇ, ਜਿਹੜੇ ਕਿਸੇ ਜਮਾਤ ਨਾਲ ਕਿਸੇ ਗਰੋਹ ਨਾਲ ਨਹੀਂ ਹੈਗੇ, ਉਹ ਸੜਕਾਂ 'ਤੇ ਆ ਗਏ ਜਿਸ ਦਿਨ ਉਹ ਸ਼ਹਿਰ ਦੇ ਵਿੱਚ 200 ਬੰਦਾ ਵੀ ਨਿਕਲ ਆਇਆ ਅਤੇ ਉਹਦੇ ਦੇਖਾ ਦੇਖੀ ਇਹ ਵੱਧ ਜਾਏਗਾ ਟ੍ਰੈਂਡ। ਫਿਰ ਹਕੂਮਤ ਵਾਸਤੇ ਬੜਾ ਮੁਸ਼ਕਿਲ ਹੋ ਜਾਏਗਾ ਉਹਨਾਂ ਦੇ ਮੁਜ਼ਾਹਰਿਆਂ ਨੂੰ ਰੋਕਣਾ, ਕਿਉਂਕਿ ਇਹ ਤਾਂ ਕਿਸੇ ਇਦਾਰੇ ਦੇ ਖਿਲਾਫ ਵੀ ਨਹੀਂ ਲੋਕ ਹੈਗੇ, ਕਿਸੇ ਸ਼ਖਸ ਦੇ ਹੱਕ ਜਾਂ ਖਿਲਾਫ ਵੀ ਨਹੀਂ ਹੋਣਗੇ। ਇਹ ਸਿਰਫ ਆਪਣੇ ਆਮ ਲੋਕਾਂ ਦੇ ਮਸਾਇਲ ਦੀ ਵਜ੍ਹਾ ਨਾਲ ਬਾਹਰ ਨਿਕਲਣਗੇ ਅਤੇ ਇਹਨਾਂ ਨੂੰ ਰੋਕਣਾ ਜਿਹੜਾ ਉਹ ਮੁਸ਼ਕਿਲ ਹੋ ਜਾਏਗਾ। ਪਾਕਿਸਤਾਨ ਦੀ ਇਸ ਸੂਰਤ ਹਾਲ ਅਗਰ ਪਹੁੰਚਦੀ ਇਸ ਸਤ੍ਹਾ ਦੇ ਉੱਤੇ ਤਾਂ ਫਿਰ ਹਕੂਮਤ ਜਿਹੜੀ ਹੈ ਇਹਦੇ ਕਾਇਮ ਰਹਿਣ ਦੇ ਉੱਤੇ ਵੀ ਸਵਾਲ ਉੱਠ ਜਾਏਗਾ ਔਰ ਮਸਲਾ ਪੈਦਾ ਹੋ ਜਾਏਗਾ ਕਿ ਇਹ ਰਹਿੰਦੇ ਨੇ ਕਿ ਨਹੀਂ ਰਹਿੰਦੇ। ਅਤੇ ਮੁਸਲਿਮ ਲੀਗ ਨੂਨ ਦੀ ਜਿੱਥੇ ਤੱਕ ਗੱਲ ਹੈ ਕਿ ਉਹ ਇਸ ਵਾਸਤੇ ਵੀ ਕੁਝ ਬੇਬਸ ਨਜ਼ਰ ਆਉਂਦੀ ਕਿ ਇੱਕ ਤਾਂ ਉਹਦਾ ਸਭ ਨਾਲੋਂ ਵੱਡਾ ਜਿਹੜਾ ਇਸ਼ੂ ਹੈ ਉਹ ਹੈਗਾ ਉਹਦਾ ਗੈਰ ਜਮਹੂਰੀ ਰਾਸਤਾ, ਯਾਨੀ ਮੀਆਂ ਨਵਾਜ਼ ਸ਼ਰੀਫ ਉਹਨਾਂ ਦੀ ਬੇਟੀ ਇਹ ਜੋ ਕੁਝ ਕਹਿੰਦੇ ਰਹੇ ਕਿ ਜਮਹੂਰੀਅਤ ਵਾਸਤੇ ਅਸੀਂ ਇੰਝ ਕਰਾਂਗੇ, ਅਸੀਂ ਕਿਸੇ ਦੀ ਮੁਦਾਖਲਤ ਨਹੀਂ ਕਬੂਲ ਕਰਾਂਗੇ, ਹੁਣ ਉਹ ਸਾਰਾ ਕੁਝ ਕਰਨ ਦੇ। ਵੋਟ ਦੀ ਇੱਜ਼ਤ ਵੀ ਖਾਕ 'ਚ ਮਿਲ ਗਈ ਹੈ ਔਰ ਜੋ ਉਹਨਾਂ ਦੇ ਕੰਮ ਹੈਗੇ ਨੇ ਸਾਰੇ ਜਾਣਦੇ ਨੇ ਅਤੇ ਇਹਦੀ ਵਜ੍ਹਾ ਨਾਲ ਇੱਕ ਤਾਂ ਉਹਨਾਂ ਦਾ ਇਹ ਸਾਖ ਮੁਤਾਸਰ ਹੈ, ਦੂਸਰਾ ਮੈਂਡੇਟ ਨਹੀਂ ਹੈਗਾ ਉਹਨਾਂ ਕੋਲ ਔਰ ਉਹ ਸਮਝਿਆ ਜਾਂਦਾ ਉਹਨਾਂ ਦੇ ਨਾਕਦੀਨ ਦਾ ਖਿਆਲ ਹੈ ਕਿ ਮੈਂਡੇਟ ਨਹੀਂ ਹੈਗਾ, ਲੇਕਿਨ ਉਹ ਇੰਝ ਜ਼ਾਹਰ ਕਰਦੇ ਨੇ ਕਿ ਜਿਵੇਂ ਸਾਡੇ ਕੋਲ ਮੈਂਡੇਟ ਹੈ ਔਰ ਉਸੇ ਤਰ੍ਹਾਂ ਫੈਸਲੇ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹ ਫੈਸਲੇ ਗੈਰ ਮਕਬੂਲ ਹੋ ਰਹੇ ਨੇ, ਉਹ ਉਹਨਾਂ ਨੂੰ ਲੋਕ ਕਬੂਲ ਨਹੀਂ ਕਰ ਰਹੇ ਉਹਨਾਂ ਫੈਸਲਿਆਂ ਨੂੰ। ਇਸੇ ਤਰ੍ਹਾਂ ਜਨਾਬ ਇਹ ਇੱਕ ਮਸਲਾ ਹੈ ਕਿ ਗਵਰਨਮੈਂਟ ਕੋਲ ਕੋਈ ਚੰਗੀ ਟੀਮ ਨਹੀਂ ਹੈਗੀ। 2-3 ਜਿਹੜੇ ਦਾਣੇ ਵਿਖਾਉਣ ਵਾਸਤੇ ਹੈਗੇ ਨੇ ਉਹ ਵੀ ਕਿਸੇ ਹੋਰ ਲਾਂਚ ਕੀਤੇ ਗਏ ਅਤੇ ਗਵਰਨਮੈਂਟ ਦੇ ਕੋਲ ਆਪਣਾ ਕੋਈ ਐਸਾ ਵਜ਼ੀਰ ਨਹੀਂ ਹੈਗਾ, ਕੋਈ ਐਸਾ ਬਾਸਲਾਹੀਅਤ ਬੰਦਾ ਨਹੀਂ ਹੈਗਾ। ਇਹੀ ਵਜ੍ਹਾ ਕਿ 3 ਦਿਨ ਪਹਿਲੇ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਨੇ ਕਿਹਾ ਕਿ ਹੁਣ ਐਨਰਜੀ ਦੇ ਮਾਮਲਾ ਜਿਹੜੇ ਨੇ ਪ੍ਰੋਡਕਸ਼ਨ ਦੇ ਔਰ ਲਗਾਉਣ ਦੇ ਪ੍ਰੋਜੈਕਟਸ ਦੇ ਉਹਦੇ ਵਿੱਚ ਅਸੀਂ ਬਿਊਰੋਕਰੇਸੀ ਦੀ ਬਜਾਏ ਆਜ਼ਾਦ ਜਿਹੜੇ ਇੰਡੀਪੈਂਡੈਂਟ ਐਕਸਪਰਟਸ ਨੇ ਉਹਨਾਂ ਦੀ ਖਿਦਮਤ ਹਾਸਿਲ ਕਰਾਂਗੇ, ਉਹਨਾਂ ਦੀ ਸਰਵਿਸਿਜ਼ ਲਵਾਂਗੇ। ਇਹਦੀ ਵਜ੍ਹਾ ਕਿ ਕਿਤੇ ਨਾ ਕਿਤੇ ਇਹ ਅਹਿਸਾਸ ਹੋ ਰਿਹਾ ਕਿ IPPs ਦੇ ਨਾਲ ਜਿਹੜੇ ਅਸੀਂ ਮੁਆਹਦੇ ਕੀਤੇ ਨੇ ਉਹ ਮੁਜਰਮਾਨਾ ਹੱਦ ਤੱਕ ਹੈਗੇ ਨੇ ਔਰ ਉਹਦੇ ਉੱਤੇ ਕਾਨੂੰਨੀ ਗ੍ਰਿਫਤ ਹੋ ਸਕਦੀ। ਅਤੇ ਇਹ ਜਨਾਬ ਗੱਲ ਸੀ ਕਿ ਅੱਜ ਦੀ ਜਿਹੜੀ ਪਾਕਿਸਤਾਨ ਦੇ ਸਮਾਜ ਦੇ ਵਿੱਚ ਮਹਿੰਗਾਈ ਔਰ ਬਿਜਲੀ ਦੇ ਬਿੱਲਾਂ ਦਾ ਜਿਹੜਾ ਗੁੱਸਾ ਹੈ ਲੋਕਾਂ ਦੇ ਵਿੱਚ, ਉਹ ਸਿਆਸੀ ਸ਼ਕਲ ਦੇ ਵਿੱਚ ਢਲ ਕੇ ਹਕੂਮਤ ਨੂੰ ਇਕਤਦਾਰ ਤੋਂ ਬਾਹਰ ਕਰ ਸਕਦਾ ਹੈ। ਯਾਨੀ ਬਾਕੀ ਕੋਈ ਕਰ ਨਾ ਸਕੇ ਜਾਂ ਕਰ ਸਕੇ ਉਹ ਅਲੱਗ ਗੱਲ ਹੈ, ਲੇਕਿਨ ਇੱਕ ਇਹ ਗੱਲ ਸਿਰਫ ਚੰਦ 100 ਬੰਦਿਆਂ ਦੇ ਬਾਹਰ ਨਿਕਲਣ ਦੀ ਗੱਲ ਹੈ ਅਤੇ ਇਹ ਨਹੀਂ ਹੋਏਗਾ। ਅਤੇ ਇਹ ਗਵਰਨਮੈਂਟ ਨੂੰ ਆਪਣੀ ਕਮਜ਼ੋਰੀ ਦਾ ਅਹਿਸਾਸ ਹੈ ਔਰ ਇਹਦੀ ਕਮਜ਼ੋਰ ਗਵਰਨਮੈਂਟ ਜਿਹੜੀ ਹੈ ਉਹਦੇ ਕੋਲੋਂ ਤੁਸੀਂ ਕੀ ਤੋਕੋ ਕਰੋਗੇ ਕਿ ਮੁਲਕ ਦਾ ਹੱਲ ਨਹੀਂ ਕੱਢੇ। ਅਤੇ ਇਸ ਵਾਸਤੇ ਉਹ ਬਾਰ-ਬਾਰ IMF ਦਾ ਜ਼ਿਕਰ ਕਰਦੇ ਨੇ ਔਰ ਦੱਸਦੇ ਨੇ ਕਿ ਇਹ ਸਾਰਾ ਕੁਝ IMF ਦੀ ਵਜ੍ਹਾ ਨਾਲ ਹੋ ਰਿਹਾ। ਅਗਰਚੇ ਮੇਰਾ ਇਹ ਖਿਆਲ ਹੈ ਕਿ IMF ਕਦੀ ਵੀ ਨਹੀਂ ਇੰਝ ਕਹਿੰਦੀ ਕਿ ਤੁਸੀਂ ਇਹ ਕੰਮ ਇੰਝ ਕਰੋ, ਉਹ ਸਿਰਫ ਤੁਹਾਡੇ ਕੋਲ ਆਪਸ਼ਨ ਮੰਗਦਾ ਹੈ
ਕਿ ਤੁਸੀਂ ਸਾਡੇ ਕੋਲ ਜੇ ਕਰਜ਼ ਲੈ ਰਹੇ ਜੀ ਤੇ ਦੇਵੋਗੇ ਕਿਵੇਂ। ਉਹ ਅਸੀਂ ਆਪ ਦੱਸਣਾ ਹੁੰਦਾ ਹੈ ਕਿ ਅਸੀਂ ਆਪਣੀ ਰੋਟੀ 2 ਦੀ ਬਜਾਏ 1 ਖਾਵਾਂਗੇ, ਅਸੀਂ ਕਾਰ 'ਤੇ ਜਾਂਦੇ ਹਾਂ ਉਹਦੀ ਬਜਾਏ ਮੋਟਰਸਾਈਕਲ 'ਤੇ ਜਾਵਾਂਗੇ ਤੇ ਇੰਜ ਬਚਾ ਲਵਾਂਗੇ। ਤੇ ਅਸੀਂ ਉਹਨਾਂ ਨੂੰ ਦੱਸਦੇ ਕਿ ਜਨਾਬ ਅਸੀਂ ਇਹ ਜਿੰਨੇ ਮੁਲਕ 'ਚ ਮੀਟਰ ਲੱਗੇ ਨੇ ਨਾ, ਇਹ ਮੀਟਰਾਂ ਦੇ ਉੱਤੇ ਅਸੀਂ ਹਜ਼ਾਰ ਰੁਪਈਆ ਪਾ ਦਿਆਂਗੇ ਤੇ ਇੰਨੇ ਇਜ਼ਾਫੀ ਪੈਸੇ ਇਕੱਠੇ ਹੋ ਜਾਣਗੇ ਹਰ ਮਹੀਨੇ ਤੇ ਉਹ ਅਸੀਂ ਤੁਹਾਨੂੰ ਵਾਪਸ ਕਰ ਦਿਆ ਕਰਾਂਗੇ। ਤੇ ਜਨਾਬ ਜੀਂਦੇ ਰਹੋ, ਵਸਦੇ ਰਹੋ ਤੇ ਮੁਲਕ ਦੇ ਵਿੱਚ ਜੋ ਕੁਝ ਮੂਵਮੈਂਟਸ ਹੋ ਰਹੀਆਂ ਨੇ ਇਹਦੇ 'ਤੇ ਨਜ਼ਰ ਰੱਖੋ।